ਸੋ ਮੈਂ ਕਾਫੀ ਟਾਈਮ ਤੋਂ ਪਵਨੂਰ ਵੇਦੀ ਜੀ ਨੂੰ ਫੋਲੋ ਕਰਦੀ ਸੀ। ਜੌਬ ਓਪਰਚੁਨਿਟੀਜ਼ ਕਾਫੀ ਹੈ, ਤੁਸੀਂ ਲੱਖ $1.5 ਲੱਖ ਵੀ ਸੈਲਰੀ ਕਮਾ ਸਕਦੇ ਹੋ। ਭੀੜ ਤੋਂ ਵੱਖ ਦਿਖਣ ਲਈ ਭੀੜ ਤੋਂ ਵੱਖਰਾ ਕੋਰਸ ਕਰਨਾ ਪਊਗਾ। ਗਵਰਨਮੈਂਟ ਐਕਸਟਰਾ ਪਰਕਸ ਦੇ ਰਹੀ ਹੈ, ਤੁਹਾਨੂੰ 20 ਘੰਟੇ ਦੀ ਬਜਾਏ ਪਾਰਟ ਟਾਈਮ 40 ਘੰਟੇ ਕੰਮ ਕਰਨ ਦੀ ਆਪਸ਼ਨ ਦੇ ਰਹੀ ਹੈ। ਬਹੁਤ ਜ਼ਿਆਦਾ ਬੱਚੇ ਸਰੀ 'ਚ ਹੀ ਨੇ ਜੀ, ਕਿਤੇ ਹੋਰ ਕਿਉਂ ਸ਼ਹਿਰ ਵਿੱਚ ਕਿਉਂ ਨਹੀਂ ਜਾ ਰਹੇ, ਜਿੱਦਾਂ ਕਿਊਬਿਕ 'ਚ ਕਿਉਂ ਨਹੀਂ ਜਾ ਰਹੇ? ਸੋ ਦੇਖੋ, ਇੱਕ ਇਹ ਤਾਂ ਹੈ ਹੀ ਹੈ, ਚੰਗੀ ਗੱਲ ਵੀ ਹੈ ਕਿ ਆਪਣੀ ਕਮਿਊਨਿਟੀ ਵਿੱਚ ਆਪਾਂ ਲੋਕ ਰਹਿਣਾ ਪਸੰਦ ਕਰਦੇ ਹਾਂ। ਮਤਲਬ ਬਾਵਰਿਆਂ ਵਾਂਗੂ ਇੱਧਰ ਉੱਧਰ ਨਹੀਂ ਘੁੰਮਣਾ ਪਸੰਦ ਕਰਦੇ, ਇਹ ਚੰਗੀ ਵੀ ਹੈ। ਬਟ ਐਕਸਪੋਜ਼ਰ ਪੱਖੋਂ, ਜੌਬ ਪੱਖੋਂ, ਓਪਰਚੁਨਿਟੀਜ਼ ਪੱਖੋਂ ਆਪਾਂ ਜਿੰਨਾ ਆਪਣੇ ਆਪ ਨੂੰ ਡਾਇਵਰਸੀਫਾਈ ਕਰਾਂਗੇ, ਸਕੈਟਰ ਕਰਾਂਗੇ, ਲੋਕਾਂ ਵਿੱਚ ਵਿਚਰਾਂਗੇ, ਉਨਾ ਹੀ ਜ਼ਿਆਦਾ ਹੋਰ ਕਾਮਯਾਬ ਹੋਵਾਂਗੇ। ਸੋ ਇਹ ਤਾਂ ਮੈਂ ਹਮੇਸ਼ਾ ਹੀ ਕਹਿੰਦਾ ਕਿ ਆਪਣੇ ਆਪ ਨੂੰ ਇੱਕ ਕੋਕੂਨ ਵਿੱਚ ਬੰਦ ਕਰਕੇ ਨਾ ਰੱਖੋ, ਇੱਕ ਆਪਣੇ ਆਪ ਨੂੰ ਸੀਮਿਤ ਨਾ ਰੱਖੋ। ਤੁਹਾਡਾ ਜਿੰਨਾ ਨੈਟਵਰਕ ਉੱਥੋਂ ਦੇ ਗੋਰਿਆਂ ਨਾਲ, ਫਿਰੰਗੀਆਂ ਨਾਲ, ਵਾਈਟ ਨਾਲ ਹੋਏਗਾ, ਉਨਾ ਹੀ ਜ਼ਿਆਦਾ ਤੁਹਾਨੂੰ ਰੈਫਰੈਂਸਿਸ ਚੰਗੇ ਮਿਲਣਗੇ। ਸੋ ਇਹ ਇੱਕ ਆਪਣੀ ਨਿੱਜੀ ਸੋਚ ਹੈ ਕਿ ਆਪਾਂ ਆਪਣੇ ਆਪ ਨੂੰ ਉੱਥੇ ਹੀ ਰਿਸਟ੍ਰਿਕਟਡ ਰੱਖਦੇ ਹਾਂ, ਪਰ ਜਿੰਨਾ ਤੁਸੀਂ ਉੱਥੋਂ ਦੇ ਲੋਕਾਂ ਦੇ ਨਾਲ ਮਿਲੋਗੇ ਉਨਾ ਹੀ ਤੁਹਾਨੂੰ ਉਹ ਵਧੀਆ ਰੈਫਰੈਂਸ ਦੇਣਗੇ ਜੌਬ ਲਈ, ਇੰਪਲੋਇਮੈਂਟ ਲਈ, ਬਿਜ਼ਨਸ ਲਈ, ਉਨੇ ਹੀ ਤੁਸੀਂ ਲਾਈਫ ਵਿੱਚ ਸਕਸੈਸਫੁਲ ਹੋਵੋਗੇ। ਸੋ ਇਹਦਾ ਸਿੱਧਾ ਆਨਸਰ ਤਾਂ ਮੇਰੇ ਕੋਲ ਪ੍ਰਭ ਜੀ ਨਹੀਂ ਹੈ, ਬਟ ਮੈਨੂੰ ਇਹ ਲੱਗਦਾ ਕਿ ਅਗਰ ਸੀਗਾ ਕਿ ਜਿੱਦਾਂ ਹਰ ਕੋਈ ਇਹੀ ਕਹਿੰਦਾ ਨਾ, ਸਰੀ ਤਾਂ ਇੱਕ ਦੂਸਰਾ ਪੰਜਾਬ ਆ, ਤੇ ਉਹਦੇ ਕਰਕੇ ਮੈਨੂੰ ਸੀਗਾ ਕਿ ਬੱਚੇ ਹੋਰ ਕਿਤੇ ਵੀ ਜਾ ਸਕਦੇ ਆ। ਬਹੁਤ ਹੀ ਸੋਹਣਾ ਏਰੀਆ ਹੈ ਸਰੀ ਇਟਸੈਲਫ। ਸੋਚਣ 'ਚ ਲੱਗਦਾ ਕਿ ਕੋਈ ਛੋਟਾ ਜੇ, ਸੋ ਅਗਰ ਤੁਸੀਂ ਸਰੀ ਗਏ ਹੋ ਤੇ ਤੁਸੀਂ ਪੂਰਾ ਦਿਨ ਵੀ ਅਗਰ ਘੁੰਮਦੇ ਰਹੋਗੇ ਤਾਂ ਵੀ ਪੂਰਾ ਨਹੀਂ ਹੋਏਗਾ। ਹਰ ਇੱਕ ਏਰੀਆ ਵਿੱਚ ਹਰ ਇੱਕ ਦੇ ਆਪਣੀ ਕੁਝ ਲੋਕੈਲਿਟੀਜ਼ ਹੁੰਦੀਆਂ। ਫਿਲੀਪੀਨਸ ਦੀ ਆਪਣੀ ਲੋਕੈਲਿਟੀ ਹੈ, ਚਾਈਨੀਜ਼ ਦੀ ਆਪਣੀ ਹੈ, ਗੋਰਿਆਂ ਦੀ ਆਪਣੀ ਹੈ। ਸੋ ਪੰਜਾਬੀਆਂ ਨੇ ਸਰੀ ਬਰੈਂਪਟਨ ਵਿੱਚ ਆਪਣੀ ਇੱਕ ਲੋਕੈਲਿਟੀ ਬਣਾ ਲਈ, ਜਿਹਦੇ ਨਾਲ ਸਾਨੂੰ ਸਟਰੈਂਥ ਮਿਲੀ ਹੈ। ਜਿੰਨੇ ਵੀ ਸਾਡੇ ਮੈਂਬਰ ਪਾਰਲੀਮੈਂਟ ਔਰ ਟਾਪ ਅਫੀਸ਼ੀਅਲਸ ਹੈ, ਉਹ ਜ਼ਿਆਦਾਤਰ ਸਰੀ ਔਰ ਬਰੈਂਪਟਨ 'ਚੋਂ ਹੀ ਨਿਕਲੇ ਹੈ। ਸੋ ਉਹਦੇ ਐਡਵਾਂਟੇजेस ਵੀ ਹੈ, ਔਰ ਜਿਹੜੇ ਨਵੇਂ ਬੱਚੇ ਜਾ ਰਹੇ ਉਹਦੇ ਥੋੜੇ ਡਿਸਐਡਵਾਂਟੇजेस। ਦੈਟਸ ਗ੍ਰੇਟ ਸਰ। ਇਹ ਤਾਂ ਤੁਸੀਂ ਬਹੁਤ ਸਾਰੇ, ਮਤਲਬ ਮੈਨੂੰ ਤਾਂ ਲੱਗਦਾ ਨਹੀਂ ਸੀਗਾ ਕਿ ਇੰਨੀ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਬੱਚਿਆਂ ਕੋਲ, ਹਨਾ। ਬਹੁਤ ਸਾਰੀ ਓਪਰਚੁਨਿਟੀਜ਼ ਜਿੱਦਾਂ ਸਰ ਨੇ ਦੱਸਿਆ। ਤੇ ਸਰ ਮੈਂ ਇਹ ਪੁੱਛ ਲਵਾਂਗੀ, ਜਿੱਦਾਂ ਕਿ ਆਪਣੀ ਰਿਫਿਊਜ਼ਲ ਆ ਜਾਂਦੀ ਹੈ ਤੇ ਕਿਉਂ ਆਉਂਦੀ ਆ, ਤੇ ਅਗਰ ਆ ਵੀ ਜਾਂਦੀ ਹੈ ਤੇ ਦੁਬਾਰਾ ਆਪਾਂ ਵੀਜ਼ਾ ਅਪਲਾਈ ਕਰ ਸਕਦੇ ਹਾਂ, ਕੋਈ ਪ੍ਰੋਬਲਮ ਤਾਂ ਨਹੀਂ? ਪਹਿਲੀ ਤਾਂ ਆਪਾਂ ਰਿਫਿਊਜ਼ਲ ਦੀ ਨੌਬਤ ਤੇ ਯੂਜੂਅਲੀ ਆਪਾਂ ਆਪ ਹੀ ਪਹੁੰਚਦੇ ਹਾਂ, ਕਿਉਂਕਿ ਰਿਸਰਚ ਨਹੀਂ ਕਰਦੇ। ਅੱਜ ਦਾ ਆਪਣਾ ਬੱਚਾ ਗੂਗਲ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ ਜ਼ਿਆਦਾਤਰ ਟਾਈਮ ਰੀਲਸ, ਸ਼ਾਰਟਸ ਦੇਖਣ ਤੇ, ਸਟੋਰੀਜ਼ ਦੇਖਣ ਤੇ ਇੰਨਾ ਵੇਸਟ ਕਰ ਦਿੰਦਾ ਹੈ। ਪਰ ਜਦੋਂ ਆਪਣੇ ਭਵਿੱਖ ਦੀ ਗੱਲ ਆਉਂਦੀ ਹੈ ਤੇ ਦੇ ਵੁੱਡ ਨਾਟ ਸਪੈਂਡ 15 ਮਿੰਟਸ, ਦੇ ਵਿਲ ਨਾਟ ਸਪੈਂਡ 1 ਡੇ ਟੂ ਰਿਸਰਚ ਕਿ ਕਿਹੜਾ ਕੰਸਲਟੈਂਟ ਚੰਗਾ ਹੈ, ਕਿਹੜਾ ਕੋਰਸ ਚੰਗਾ ਹੈ, ਕਿਹੜਾ ਕਾਲਜ ਚੰਗਾ ਹੈ। ਜੇ ਤੁਸੀਂ ਇਹ ਸਹੀ ਤਰੀਕੇ ਨਾਲ ਰਿਸਰਚ ਕਰ ਲਓ ਕਿ ਮੈਂ ਕਿਹੜੇ ਕੰਸਲਟੈਂਟ ਕੋਲ ਜਾ ਕੇ ਅਪਲਾਈ ਕਰਾਂ, ਤਾਂ ਕਿ ਉੱਥੇ ਮੈਨੂੰ ਉਹ ਕੋਰਸ ਉਹ ਵਾਲਾ ਲੈ ਕੇ ਦੇਵੇ ਜਿਸ ਤੋਂ ਬਾਅਦ ਰਿਫਿਊਜ਼ਲ ਨਾ ਆਵੇ, ਉਹ ਵਾਲਾ ਕੋਰਸ ਲੈ ਕੇ ਦੇਵੇ ਜਿਸ ਤੋਂ ਬਾਅਦ ਮੈਨੂੰ ਜੌਬ ਮਿਲ ਜਾਵੇ, ਕਿਉਂਕਿ ਜੇ ਜੌਬ ਮਿਲ ਗਈ ਤੇ PR ਵੀ ਮਿਲ ਜੂਗੀ। ਸੋ ਬੇਸਿਕਲੀ ਰਿਸਰਚ ਵਿੱਚ ਥੋੜੀ ਜੀ ਕਮੀ ਰਹਿੰਦੀ ਹੈ ਬੱਚਿਆਂ ਦੀ। ਔਰ ਕੰਸਲਟੈਂਟਸ ਦੇਖੋ, ਪੰਜਾਬ 'ਚ 4-5 ਹਜ਼ਾਰ ਕੰਸਲਟੈਂਟ ਆਪਰੇਟ ਕਰ ਰਹੇ ਹੈ, ਜਿਹੜੇ ਰਜਿਸਟਰਡ ਹੈ ਪੰਜਾਬ ਸਰਕਾਰ ਨਾਲ। ਬਟ ਕਿੰਨਿਆਂ ਕੁ ਦੇ ਡਾਇਰੈਕਟ ਕੰਟਰੈਕਟਸ ਹੈ, ਕਿੰਨੇ ਕੁ ਕੰਸਲਟੈਂਟਸ ਦੇ ਯੂਨੀਵਰਸਿਟੀਜ਼ ਔਰ ਕਾਲਜਸ ਨਾਲ ਸਿੱਧੇ ਤੌਰ ਤੇ ਤਾਲੁਕਾਤ ਹੈ, ਉਹ ਬਹੁਤ ਘੱਟ ਹੋਣਗੇ। ਜ਼ਿਆਦਾਤਰ ਪਲੇਟਫਾਰਮਸ ਤੋਂ, ਐਗਰੀਗੇਟਰਸ ਤੋਂ ਜ਼ਿਆਦਾਤਰ ਆਪਣੀ ਐਪਲੀਕੇਸ਼ਨਸ ਪ੍ਰੋਸੈਸ ਕਰਵਾਉਂਦੇ ਹੈ, ਔਰ ਆਪ ਉਹਨਾਂ ਨੂੰ ਜ਼ਿਆਦਾ ਆਈਡੀਆ ਨਹੀਂ ਹੁੰਦਾ, ਜਿਸ ਕਰਕੇ ਉਹ ਬੱਚੇ ਨੂੰ ਸਹੀ ਢੰਗ ਨਾਲ ਕੋਰਸ ਔਰ ਕਾਲਜ ਦੀ ਚੋਣ ਨਹੀਂ ਕਰਵਾ ਪਾਉਂਦੇ, ਜਿਸ ਕਰਕੇ ਰਿਫਿਊਜ਼ਲ ਆ ਜਾਂਦਾ ਹੈ। ਅੱਛਾ ਚਲੋ, ਇਹ ਤਾਂ ਹੋ ਗਿਆ ਕਿ ਰਿਫਿਊਜ਼ਲ ਕਿਉਂ ਆਉਂਦਾ ਹੈ, ਸਹੀ ਕੋਰਸ ਔਰ ਕਾਲਜ ਦੀ ਚੋਣ, ਜਾਂ ਅਗਰ ਹੋਰ ਵੀ ਕੋਈ ਰੀਜ਼ਨਸ ਹੈ ਕਿ ਤੁਸੀਂ ਪਹਿਲੇ ਟਰੈਵਲ ਨਹੀਂ ਕੀਤਾ ਹੋਇਆ ਜਾਂ ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਤੇ ਇੱਦਾਂ ਦੇ ਰੀਜ਼ਨਸ ਵੀ ਦੇਖਣ ਨੂੰ ਮਿਲਦੇ ਹੈ। ਪਰਸੈਂਟੇਜ ਘੱਟ ਹੈ, ਆਇਲਸ ਦਾ ਸਕੋਰ ਘੱਟ ਹੈ। ਜਿੱਦਾਂ ਕਿ ਤੁਸੀਂ ਕਿਹਾ ਕਿ ਟਰੈਵਲ ਨਹੀਂ ਕੀਤਾ, ਫਿਰ ਇਹਦੇ ਲਈ ਟਰੈਵਲ ਕਰਨਾ ਬਹੁਤ ਜ਼ਰੂਰੀ ਹੋਈ ਹੈ। ਦੇਖੋ, ਕਿ ਅਗਰ ਨਹੀਂ ਕੋਈ ਕਰ ਸਕਦਾ, ਫੋਰ ਐਗਜ਼ਾਮਪਲ 4-5 ਮੇਨ ਫੈਕਟਰਸ ਹੁੰਦੇ ਆ ਜੋ ਡਿਸਾਈਡ ਕਰਦੇ ਆ ਕਿ ਤੁਹਾਡਾ ਵੀਜ਼ਾ ਆਏਗਾ ਕਿ ਰਿਫਿਊਜ਼ਲ ਆਏਗੀ। ਇੱਕ ਫੈਕਟਰ ਹੋ ਗਿਆ ਤੁਹਾਡੇ ਅਕੈਡਮਿਕ ਸਕੋਰਸ, ਤੁਸੀਂ ਜਿਹੜੀ ਪੜ੍ਹਾਈ ਕੀਤੀ ਹੈ ਉਹ 'ਚ ਕਿੰਨੇ ਕੁ ਨੰਬਰ ਲਏ ਹੈ। ਦੂਸਰਾ ਫੈਕਟਰ ਹੋ ਗਿਆ ਤੁਹਾਡੀ ਇੰਗਲਿਸ਼ ਦੇ ਸਕੋਰ, IELTS, ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ ਸਿਸਟਮ। ਕੈਨੇਡਾ ਦੀ ਸਰਕਾਰ ਮਿਨੀਮਮ ਐਕਸਪੈਕਟ ਕਰਦੀ ਕਿ ਤੁਹਾਡੇ 6.5 ਬੈਂਡ ਹੋਣ, ਕਿਸੇ ਵੀ ਮੋਡਿਊਲ 'ਚੋਂ 6 ਬੈਂਡ ਤੋਂ ਘੱਟ ਨਾ ਹੋਣ। ਜਿੰਨੇ ਜ਼ਿਆਦਾ ਵਧੀਆ ਹੋਣਗੇ ਉਹਨਾਂ ਬੈਟਰ ਹੈ। ਤੀਸਰਾ ਜਿਹੜਾ ਇੰਪੋਰਟੈਂਟ ਰੀਜ਼ਨ ਹੈ ਉਹ ਤੁਹਾਡਾ ਮੈਡੀਕਲ ਫੇਲ ਨਹੀਂ ਹੋਣਾ ਚਾਹੀਦਾ। ਯੋਰ ਮੈਡੀਕਲ ਸ਼ੁੱਡ ਬੀ ਓਕੇ, ਦੇयर ਸ਼ੁੱਡ ਬੀ ਨੋ ਪ੍ਰੋਬਲਮ ਐਜ਼ ਫਾਰ ਐਜ਼ ਯੋਰ ਹੈਲਥ ਇਜ਼ ਕੰਸਰਨਡ। ਚੌਥਾ ਸਭ ਤੋਂ ਇੰਪੋਰਟੈਂਟ ਰੀਜ਼ਨ ਹੈ ਜਿੱਦਾਂ ਆਪਾਂ ਕਿਹਾ ਟਰੈਵਲ ਕੀਤਾ ਹੋਇਆ। ਫਿਫਥ ਹੋ ਗਿਆ ਫੰਡਸ।
ਸੋ ਹੁਣ ਅਗਰ ਇਹਨਾਂ ਪੰਜਾਂ ਚੋਂ ਅਗਰ ਤੁਹਾਡੇ 3 ਚੀਜ਼ਾਂ ਵੀ ਤੁਹਾਡੀਆਂ ਸਿੱਧੀਆਂ ਪੈ ਗਈਆਂ ਜਾਂ ਠੀਕ ਹੋ ਗਈਆਂ ਤੇ ਯੂ ਵਿਲ ਗੈਟ ਯੋਰ ਵੀਜ਼ਾ। ਹੁਣ ਤੁਹਾਡੀ ਪਰਸੈਂਟੇਜ ਅਗਰ ਠੀਕ ਹੈ, ਤੁਹਾਡੇ IELTS ਦੇ ਸਕੋਰ ਠੀਕ ਹੈ, ਤੁਹਾਡਾ ਮੈਡੀਕਲ ਠੀਕ ਹੈ, ਤੁਸੀਂ ਕਾਲਜ ਕੋਰਸ ਦੀ ਚੋਣ ਠੀਕ ਕੀਤੀ ਹੈ ਤੇ ਵੀਜ਼ਾ ਆ ਜਾਣਾ, ਫਿਰ ਫਰਕ ਨਹੀਂ ਪੈਂਦਾ। ਬਟ ਤੁਹਾਡੀ ਪਰਸੈਂਟੇਜ ਵੀ ਐਵਰੇਜ ਹੈ, ਤੁਹਾਡੇ IELTS ਦੇ ਬੈਂਡ ਵੀ ਨਹੀਂ ਆਏ, ਤੁਹਾਡੇ ਕਾਲਜ ਔਰ ਕੋਰਸ ਦੀ ਚੋਣ ਵੀ ਠੀਕ ਨਹੀਂ ਹੈ, ਫਿਰ ਉਹਨਾਂ ਨੇ ਦੇਖਣਾ ਕਿ ਯਾਰ ਇਹਨੇ ਕਿਤੇ ਟਰੈਵਲ ਤਾਂ ਨਹੀਂ ਕੀਤਾ ਹੋਇਆ ਪਹਿਲੇ, ਜੇ ਕੀਤਾ ਹੋਇਆ ਤਾਂ ਦੇਖ ਸਕਦੇ ਆ ਇਹਨੂੰ ਵੀਜ਼ਾ ਦੇਣਾ, ਇਹਦੇ ਫੈਮਿਲੀ ਕੋਲ ਫੰਡਸ ਕਿੱਦਾਂ ਦੇ ਅਵੇਲੇਬਲ ਹੈ। ਸੋ ਫਿਰ ਉਸ ਪਾਸੇ ਫਿਰ ਉਹ ਚੀਜ਼ਾਂ ਰਿਸਰਚ ਕਰਨੀਆਂ ਸ਼ੁਰੂ ਕਰ ਦਿੰਦੇ ਆ। ਬਟ ਦੇਰ ਆਰ ਲੋਟ ਆਫ ਥਿੰਗਸ ਦੈਟ ਕੈਨ ਬੀ ਡਨ। ਫੋਰ ਐਗਜ਼ਾਮਪਲ ਇਹਦੇ ਵਿੱਚ ਵੀ ਆਈਲ ਗਿਵ ਯੂ ਅ ਲਿਟਲ ਸਟੋਰੀ। recently ਇੱਕ student came to us with a refusal। ਉਹਦੀ 3 ਵਾਰ ਵੀਜ਼ੇ ਦੀ ਰਿਫਿਊਜ਼ਲ ਆਈ ਹੋਈ ਸੀ ਐਂਡ he came pretty much hopeless। ਆਪਾਂ ਜਦੋਂ ਉਹਦੀ ਫਾਈਲ ਦੇਖੀ ਤੇ ਅਰਾਊਂਡ 65-70% ਉਹਦੇ ਮਾਰਕਸ ਸੀਗੇ, IELTS ਵਿੱਚ 6.5 ਬੈਂਡ ਸੀ, ਮੈਡੀਕਲ ਓਕੇ ਸੀ, ਪਰ ਉਹਨੇ ਕੋਈ ਟਰੈਵਲ ਨਹੀਂ ਕੀਤਾ ਹੋਇਆ ਸੀ। ਸੋ ਜਿਹੜੀ ਲਾਸਟ ਰਿਫਿਊਜ਼ਲ ਸੀ ਨਾ, ਉਸ ਰਿਫਿਊਜ਼ਲ ਦੇ ਵਿੱਚ ਆਪਾਂ ਇਹ ਆਬਜ਼ਰਵ ਕੀਤਾ ਕਿ ਉਹਨਾਂ ਨੇ ਫੰਡ ਇਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਗੱਲ ਕੀਤੀ ਹੈ ਤੇ ਆਪਾਂ ਇਮੀਡੀਏਟਲੀ ਉਹਦੇ ਕੇਪ ਨੋਟਸ ਅਪਲਾਈ ਕੀਤੇ। ਜਦੋਂ ਵੀ ਰਿਫਿਊਜ਼ਲ ਆਉਂਦੀ ਹੈ ਨਾ, ਇੱਕ ਸਟੈਂਡਰਡ ਕੰਪਿਊਟਰ ਰਿਲੇਟਡ ਜੀ ਰਿਫਿਊਜ਼ਲ ਆ ਜਾਂਦੀ ਹੈ, ਪਰ ਜੇ ਤੁਸੀਂ ਡਿਟੇਲ ਵਿੱਚ ਵੀਜ਼ਾ ਅਫਸਰ ਦੀ ਰਿਫਿਊਜ਼ਲ ਦੇਖਣੀ ਹੈ ਤਾਂ ਤੁਹਾਨੂੰ GCMS ਨੋਟਸ ਜਾਂ ਕੇਪ ਨੋਟਸ ਅਪਲਾਈ ਕਰਨੇ ਪੈਂਦੇ ਆ। ਉਹਦਾ ਕੋਈ ਖਰਚਾ ਨਹੀਂ ਹੈਗਾ, $20-25-50 ਤੋਂ ਵੱਧ ਉਹਦਾ ਖਰਚਾ ਨਹੀਂ ਆਉਂਦਾ। ਸੋ ਯੂਜੂਲੀ ਉਹ ਅਪਲਾਈ ਨਹੀਂ ਕੋਈ ਕੰਸਲਟੈਂਟ ਕਰਵਾਉਂਦਾ, ਕਿਉਂਕਿ ਉਹਦੇ ਲਈ ਮਹੀਨਾ ਵੇਟ ਕਰਨੀ ਪੈਂਦੀ ਹੈ। ਕੰਸਲਟੈਂਟ ਨੂੰ ਤਾਂ ਹੁੰਦਾ ਫਟਾਫਟ ਕੇਸ ਆਵੇ, ਅਗਲਾ ਜਾਵੇ, ਅਗਲਾ ਆਵੇ, ਅਗਲਾ ਜਾਵੇ। ਸੋ ਉਹ ਨੋਬਡੀ ਡਜ਼ ਦੈਟ ਹਾਰਡ ਵਰਕ। ਸੋ ਜਦੋਂ ਉਹਦਾ ਅਪਲਾਈ ਕੀਤਾ, ਸਾਡਾ ਜਿਹੜਾ ਸ਼ੱਕ ਸੀ ਉਹ ਯਕੀਨ 'ਚ ਬਦਲ ਗਿਆ ਕਿ ਉਹਦੀ ਫੰਡਸ ਕਰਕੇ, ਫਾਈਨੈਂਸ਼ੀਅਲ ਸਟਰੈਂਥ ਨਾ ਹੋਣ ਕਰਕੇ ਉਹਦੀ ਰਿਫਿਊਜ਼ਲ ਆਈ ਹੈ। ਆਪਾਂ ਇਮੀਡੀਏਟਲੀ ਉਹ ਸਟੂਡੈਂਟ ਨੂੰ ਐਡਵਾਈਸ ਕੀਤਾ ਕਿ ਤੁਸੀਂ ਸੈਕੰਡ ਈਅਰ ਦੀ ਫੀਸ ਵੀ ਪੇ ਕਰ ਦਿਓ। ਤੇ ਪੇਰੈਂਟਸ ਨੂੰ ਕਹਿਣਾ ਸਾਨੂੰ ਵੀ ਦੁੱਖ ਹੁੰਦਾ ਕਿ ਯਾਰ ਸਾਲ ਦੀ ਫੀਸ ਪੇ ਕਰਨਾ ਤਾਂ ਔਖਾ ਹੀ ਹੈ, ਹੁਣ ਦੂਜੇ ਸਾਲ ਦੀ ਕਿਵੇਂ ਕਹੀਏ। ਪਰ ਉਹਦੇ ਪੇਰੈਂਟਸ ਕੋਆਪਰੇਟਿਵ ਸੀ, ਉਹਨਾਂ ਨੇ ਦੂਜੇ ਸਾਲ ਦੀ ਫੀਸ ਪੇ ਕੀਤੀ ਤੇ ਫਾਈਲ ਲਾਈ। ਵਿਦਿਨ 22 ਡੇਜ਼ 22 ਦਿਨਾਂ ਦੇ ਅੰਦਰ ਅੰਦਰ ਪ੍ਰਭ ਉਹਦਾ ਵੀਜ਼ਾ ਆ ਗਿਆ ਔਰ 3 ਰਿਫਿਊਜ਼ਲਾਂ ਲਗਵਾ ਕੇ ਆਇਆ ਸੀ ਬੱਚਾ, 65% ਨੰਬਰ ਸੀ, ਸਿਰਫ 22 ਦਿਨਾਂ ਦੇ ਅੰਦਰ ਅੰਦਰ ਉਸ ਬੱਚੇ ਦਾ ਵੀਜ਼ਾ ਆ ਗਿਆ। ਸੋ ਇੱਦਾਂ ਦੇ ਬਹੁਤ ਟੈਕਨੀਕਲ ਇੱਦਾਂ ਦੇ ਗਲਿਚਸ ਹੁੰਦੇ ਹੈ ਜੋ ਇੱਕ ਚੰਗੇ ਕੰਸਲਟੈਂਟ ਨੂੰ, ਤਜਰਬੇਕਾਰ ਕੰਸਲਟੈਂਟ ਨੂੰ ਹੀ ਪਤਾ ਹੁੰਦਾ ਹੈ ਕਿ ਆਪਾਂ ਰਿਫਿਊਜ਼ਲ ਨੂੰ ਵੀਜ਼ੇ ਵਿੱਚ ਕਿਵੇਂ ਬਦਲਣਾ ਹੈ। ਬਹੁਤ ਅੱਛਾ ਸਰ, ਬਹੁਤ ਅੱਛਾ ਗਾਈਡ ਕੀਤਾ ਤੁਸੀਂ। ਤੇ ਮੈਂ ਇੱਕ ਸਰ ਹੋਰ ਕੁਐਸਚਨ ਪੁੱਛੂੰਗੀ, ਜਿੱਦਾਂ ਕਿ ਬੱਚੇ ਕਈ ਕਹਿ ਦਿੰਦੇ ਕਿ ਅਸੀਂ IELTS ਨਹੀਂ ਕਰਨੀ, ਤੇ ਬਿਨਾਂ IELTS ਕਿਤੇ ਬਾਹਰ ਜਾ ਸਕਦੇ ਆ? ਸਾਡੇ ਥਰੂ ਨਹੀਂ ਜਾ ਸਕਦੇ। ਬਹੁਤ ਕੰਸਲਟੈਂਟ ਹੈ ਜੋ ਐਡਵਰਟਾਈਜ਼ ਕਰਦੇ ਬਿਨਾਂ IELTS ਵਾਲੇ ਜਾਂ ਫੰਡ ਵਾਲੇ ਜਾਂ ਪੈਕੇਜ ਵਾਲੇ, ਪਰ ਸਾਡੇ ਲਈ ਤਾਂ ਪਹਿਲੇ ਹੀ ਹੱਥ ਜੋੜ ਮਾਫੀ ਹੈ। IELTS ਤੁਹਾਨੂੰ ਕਰਨਾ ਹੀ ਪੈਣਾ। ਹਾਂਜੀ, IELTS ਕਰਨਾ ਪੈਣਾ ਜੀ। ਵਿਦਆਊਟ, ਦੇਖੋ, ਇਫ ਯੂ ਆਰ ਇਨ ਰੋਮ ਬੀ ਲਾਈਕ ਅ ਰੋਮਨ। ਤੁਸੀਂ ਰੋਮ ਜਾ ਕੇ, ਕਹਾਵਤ ਹੈ, ਸੋ ਕੈਨੇਡਾ ਜਾ ਕੇ ਬਗੈਰ ਅੰਗਰੇਜ਼ੀ ਬੋਲੇ ਆਪਣੀ ਕਮਿਊਨਿਟੀ 'ਚ ਤਾਂ ਸਰੀ ਤਾਂ ਚੱਲ ਜੂਗਾ, ਬਰੈਂਪਟਨ 'ਚ ਤਾਂ ਚੱਲ ਜੂਗਾ, ਬਟ ਜੇ ਤੁਸੀਂ ਜੌਬ ਲੈਣੀ ਹੈ, ਲੈਕਚਰ ਸਮਝਣੇ ਹੈ ਤੇ ਇੰਗਲਿਸ਼ ਤਾਂ ਆਉਣੀ ਚਾਹੀਦੀ ਹੈ। ਔਰ IELTS ਵੀ ਤਾਂ ਇੰਗਲਿਸ਼ ਦਾ ਹੀ ਮਾਪਦੰਡ ਹੈ। ਸੋ ਉਹ ਜ਼ਰੂਰੀ ਹੈ ਸਾਡੇ ਲਈ। ਤਾਂ ਸਾਨੂੰ ਤਾਂ ਅਗਰ ਡਾਕੂਮੈਂਟ ਪੂਰੇ ਹੋਣਗੇ ਤੇ ਤਾਂ ਹੀ ਕੇਸ ਫੜਾਂਗੇ, ਜੇ ਲੱਗਦਾ ਹੋਊਗਾ ਤਾਂ ਹੀ ਹਾਂ ਕਰਾਂਗੇ, ਨਹੀਂ ਤਾਂ ਹੱਥ ਜੋੜ ਮਾਫੀ ਮੰਗ ਲਾਂਗੇ। ਆਪਾਂ ਤਾਂ ਬਹੁਤ ਕਲੀਅਰ ਹਾਂ ਇਸ ਲਈ। ਸਰ ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਕਿ ਬੱਚੇ ਇੱਥੋਂ ਸਟੱਡੀ ਕਰਕੇ ਜਾਂਦੇ ਆ ਬਟ ਉਹਨਾਂ ਨੂੰ ਉੱਥੇ ਸੇਮ ਜੌਬ ਕਿਉਂ ਨਹੀਂ ਮਿਲਦੀ? ਦੇਖੋ, ਕੋਰਸ ਰੈਲੇਵੈਂਸੀ ਉੱਪਰ ਡਿਪੈਂਡ ਕਰਦਾ ਹੈ। ਫੋਰ ਐਗਜ਼ਾਮਪਲ, ਅਗਰ ਤੁਸੀਂ 12ਵੀਂ ਕੀਤੀ ਹੈ, 12ਵੀਂ ਵਿੱਚ ਤੁਸੀਂ ਆਰਟਸ ਨਾਲ 12ਵੀਂ ਕੀਤੀ ਹੋਊਗੀ, ਜਾਂ ਤੁਸੀਂ ਕਮਰਸ ਨਾਲ ਕੀਤੀ ਹੋਊਗੀ, ਜਾਂ ਤੁਸੀਂ ਨਾਨ ਮੈਡੀਕਲ ਨਾਲ, ਮੈਡੀਕਲ ਨਾਲ ਕੀਤੀ ਹੋਏਗੀ। ਹੁਣ ਆਰਟਸ ਵਾਲਾ ਬੱਚਾ ਫੋਰ ਐਗਜ਼ਾਮਪਲ ਅਗਰ ਉੱਥੇ ਜਾ ਕੇ, ਪਹਿਲੀ ਗੱਲ ਤਾਂ ਐਡਮਿਸ਼ਨ ਹੀ ਨਹੀਂ ਮਿਲਣੀ, ਬਟ ਅਗਰ ਐਡਮਿਸ਼ਨ ਮਿਲ ਗਈ ਆਰਟਸ ਵਾਲੇ ਬੱਚੇ ਨੂੰ ਕਿਸੇ ਕੰਪਿਊਟਰ ਕੋਰਸ ਤੇ ਉਹ ਕਿੱਦਾਂ, ਕੰਪਿਊਟਰ ਇਜ਼ ਆਲ ਅਬਾਊਟ ਮੈਥਸ, ਕੰਪਿਊਟਰ ਇਜ਼ ਆਲ ਅਬਾਊਟ ਫਿਜ਼ਿਕਸ। ਸੋ ਕਿੱਦਾਂ ਕੰਪਿਊਟਰ ਦੇ ਕੋਰਸ ਵਿੱਚ ਸਕਸੈਸਫੁਲ ਹੋ ਜਾਊਗਾ? ਸੋ ਬੇਸਿਕਲੀ ਇੱਦਾਂ ਹੀ ਅਗਰ ਇੱਕ ਨਾਨ ਮੈਡੀਕਲ ਵਾਲੇ ਬੱਚੇ ਨੂੰ ਤੁਸੀਂ ਅਗਰ ਹੌਸਪਿਟੈਲਿਟੀ ਦਾ ਪ੍ਰੋਗਰਾਮ ਦੇ ਦੂੰਗੇ ਹੈ ਤੇ ਉਹਨੂੰ ਸਮਝ ਹੀ ਨਹੀਂ ਆਊਗੀ ਕਿ ਮੈਂ ਕਿੱਦਾਂ ਕਿਸੇ ਦੀ ਸਰਵਿਸ ਕਰਾਂ, ਕਿੱਦਾਂ ਰਿਸੈਪਸ਼ਨ ਤੇ ਖੜਾ ਹੋ ਕੇ ਅੱਗੇ ਫਰਦਰ ਕਿਸੇ ਹੋਟਲ ਵਿੱਚ ਕੰਮ ਕਰਾਂ। ਸੋ ਰੈਲੇਵੈਂਸੀ ਬਹੁਤ ਇੰਪੋਰਟੈਂਟ ਹੈ। ਪਿਛਲੀ ਪੜ੍ਹਾਈ ਨੂੰ ਦੇਖਦੇ ਹੋਏ ਅਗਲੀ ਪੜ੍ਹਾਈ ਦੀ ਅਗਰ ਚੋਣ ਆਪਾਂ ਸਹੀ ਢੰਗ ਨਾਲ ਕਰਾਂਗੇ, ਔਰ ਅਗਰ ਤੁਹਾਨੂੰ ਆਪ ਪਤਾ ਹੋਏਗਾ ਕਿ ਅਗਲੀ ਪੜ੍ਹਾਈ ਰੈਲੇਵੈਂਟ ਕਿਹੜੀ ਹੈ, ਕੰਸਲਟੈਂਟ ਨੂੰ ਅਗਰ ਪਤਾ ਹੋਏਗਾ, then only he'll be able to guide। ਸਰ ਤੁਸੀਂ ਕੁਝ ਕੋਰਸ ਦੱਸ ਸਕਦੇ ਹੋ? ਬਹੁਤ ਸਾਰੇ ਕੋਰਸਿਸ ਹੈ। ਫੋਰ ਐਗਜ਼ਾਮਪਲ, ਅਗਰ ਆਪਾਂ ਅੱਜ ਕੱਲ੍ਹ ਫਿਰ ਦੁਬਾਰਾ ਤੋਂ ਹੋਟਲ, ਸਪੈਸ਼ਲੀ ਕੋਵਿਡ ਤੋਂ ਬਾਅਦ ਪ੍ਰਭ ਅਗਰ ਆਪਾਂ ਦੇਖੀਏ ਤੇ ਹੋਟਲ ਮੈਨੇਜਮੈਂਟ ਦੇ ਕੋਰਸਿਸ ਦੀ ਕਾਫੀ ਡਿਮਾਂਡ ਹੈ, ਕਿਉਂਕਿ ਹੋਟਲਸ 100% ਆਕੂਪੈਂਸੀ ਚੱਲ ਰਹੀ ਹੈ ਵਰਲਡ ਵਾਈਡ, ਚਾਹੇ ਕੈਨੇਡਾ ਹੈ, ਚਾਹੇ ਇੰਡੀਆ ਹੈ,
ਹੋਟਲ ਮੈਨੇਜਮੈਂਟ ਵਿੱਚ ਵੀ ਤੁਸੀਂ ਕੋਸ਼ਿਸ਼ ਕਰੋ ਕਿ ਸ਼ੈਫ ਵਾਲੇ ਕੋਰਸਸ ਚੂਜ਼ ਕਰੋ ਰਾਦਰ ਦੈਨ ਕਿ ਤੁਸੀਂ ਰਿਸੈਪਸ਼ਨ ਵਾਲੇ। ਜਿੱਦਾਂ ਨੈਨੀ ਕਰ ਲੈਂਦੇ ਸੀ ਪਹਿਲਾਂ, ਉਹਦੀ ਵੀ ਕਾਫੀ ਡਿਮਾਂਡ ਹੈ, ਬਟ ਹੁਣ ਨੈਨੀ ਨੂੰ ਜ਼ਿਆਦਾਤਰ ਪ੍ਰੋਵਿੰਸਸ ਵਿੱਚ ਲਿਸਟ ਚੋਂ ਬਾਹਰ ਕੱਢ ਦਿੱਤਾ ਗਿਆ ਹੈ, ਬਟ ਉਹਦੀ ਵੀ ਕਾਫੀ ਅੱਛੀ ਡਿਮਾਂਡ ਹੈ। ਬਟ ਨੈਨੀ ਸ਼ਾਰਟ ਟਰਮ ਪ੍ਰੋਗਰਾਮ ਹੈ, ਤੁਸੀਂ BSc ਨਰਸਿੰਗ ਕਰਕੇ ਜਾਂ GNM ਨਰਸਿੰਗ ਕਰਕੇ ਕੋਈ 6 ਮਹੀਨੇ ਦਾ 3 ਮਹੀਨੇ ਦਾ ਨੈਨੀ ਕੋਰਸ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਕਾਫੀ ਅੱਛੇ ਉੱਥੇ ਜੌਬਸ ਮਿਲ ਜਾਂਦੀਆਂ। ਸੋ ਪੁਆਇੰਟ ਇਜ਼ ਕਿ ਅੱਛੇ ਕੋਰਸਿਸ ਦੀ ਚੋਣ ਕਰਨ ਨਾਲ ਤੁਹਾਨੂੰ ਅੱਛੀਆਂ ਜੌਬਸ ਮਿਲ ਸਕਦੀਆਂ। ਜਿਵੇਂ ਮੈਂ ਕਿਹਾ ਹਸਪਿਟੈਲਿਟੀ ਸੈਕਟਰ ਹੋ ਗਿਆ, ਬਿਜ਼ਨਸ ਵਿੱਚ ਵੀ ਜ਼ਿਆਦਾਤਰ ਸਾਰੇ ਬਿਜ਼ਨਸ ਐਡਮਿਨਿਸਟ੍ਰੇਸ਼ਨ, ਬਿਜ਼ਨਸ ਜਨਰਲ ਵਰਗੇ ਪ੍ਰੋਗਰਾਮ ਵਿੱਚ ਆਉਂਦੇ ਆ। ਬਟ ਅਗਰ ਤੁਸੀਂ ਬਿਜ਼ਨਸ ਦਾ ਹੀ ਕਰਨਾ ਹੈ ਤਾਂ ਅਕਾਊਂਟਿੰਗ ਕਰੋ, ਕਿਉਂਕਿ ਉੱਥੇ ਅਕਾਊਂਟੈਂਟਸ ਦੀ ਬਹੁਤ ਲੋੜ ਹੈ। ਮਾਰਕੀਟਿੰਗ ਕਰੋ, ਕਿਉਂਕਿ ਉੱਥੇ ਚੰਗੇ ਮਾਰਕੀਟਿੰਗ ਐਗਜ਼ੀਕਿਊਟਿਵਸ ਆਫਿਸਰਸ ਦੀ ਬਹੁਤ ਲੋੜ ਹੈ। ਤੁਸੀਂ ਬਿਜ਼ਨਸ ਇੰਸ਼ੋਰੈਂਸ ਕਰੋ, ਕੈਨੇਡਾ ਵਿੱਚ ਇੰਸ਼ੋਰੈਂਸ ਮੈਂਡੇਟਰੀ ਹੈ। ਬਗੈਰ ਇੰਸ਼ੋਰੈਂਸ ਦੇ ਤੁਸੀਂ ਗੱਡੀ ਨਹੀਂ ਕੱਢ ਸਕਦੇ, ਘਰ ਨਹੀਂ ਬਣਾ ਸਕਦੇ, ਘੁੰਮ ਨਹੀਂ ਸਕਦੇ। ਸੋ ਇੰਸ਼ੋਰੈਂਸ ਦਾ ਕੋਰਸ ਕਰੋ। ਅਗਰ ਤੁਸੀਂ IT ਦੀ ਫੀਲਡ ਵਿੱਚ ਜਾਣਾ ਹੈ ਤਾਂ ਇੱਕ ਸਿੰਪਲ ਕੰਪਿਊਟਰ ਇੰਜੀਨੀਅਰਿੰਗ ਕਰਨ ਦੀ ਬਜਾਏ ਤੁਸੀਂ ਵੈਬ ਡਿਵੈਲਪਮੈਂਟ ਕੋਰਸ ਕਰੋ, ਕਲਾਊਡ ਕੰਪਿਊਟਿੰਗ ਕਰੋ, ਡੇਟਾ ਐਨਾਲਿਟਿਕਸ ਦਾ ਕੋਰਸ ਕਰੋ। ਇੰਜੀਨੀਅਰਿੰਗ ਕਰਨੀ ਹੈ ਤੇ ਕਿਉਂਕਿ ਕੈਨੇਡਾ ਗਰੋ ਕਰ ਰਿਹਾ ਹੈ, ਵੱਧ ਰਿਹਾ ਹੈ, ਕੰਸਟਰਕਸ਼ਨ ਕਾਫੀ ਹੋ ਰਹੀ ਹੈ, ਸਿਵਲ ਦਾ ਕੋਰਸ ਕਰੋ, ਆਰਕੀਟੈਕਚਰ ਦਾ ਕਰੋ, ਕੰਸਟਰਕਸ਼ਨ ਮੈਨੇਜਮੈਂਟ ਦਾ ਕੋਰਸ ਕਰੋ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਸਟਰਕਸ਼ਨ ਗਰੋ ਹੋਏਗੀ, ਇਲੈਕਟ੍ਰੀਕਲ ਦੀ ਰਿਕੁਆਇਰਮੈਂਟ ਰਹੇਗੀ, ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕੋਰਸ ਕਰੋ। ਇਹ ਤੋਂ ਬਾਅਦ IT ਦੀ ਫੀਲਡ ਵਿੱਚ ਜਿਵੇਂ ਮੈਂ ਦੱਸਿਆ ਆਰਟੀਫੀਸ਼ੀਅਲ ਇੰਟੈਲੀਜੈਂਸ, ਅੱਜ ਕੱਲ੍ਹ ਤਾਂ ਚੈਟ GPT ਦਾ ਜ਼ਮਾਨਾ ਹੈ। ਕੁਐਸਚਨ ਪੁੱਛੋ ਤਾਂ 10 ਚੀਜ਼ਾਂ ਤੁਹਾਨੂੰ ਉਹ ਸੁਜੈਸਟ ਕਰ ਦਿੰਦੀ ਹੈ। ਚੈਟ GPT ਕੀ ਹੈ? ਫॉर ਐਗਜ਼ਾਮਪਲ ਚੈਟ GPT ਇਜ਼ ਮਸ਼ੀਨ ਲਰਨਿੰਗ, ਚੈਟ GPT ਇਜ਼ ਆਰਟੀਫੀਸ਼ੀਅਲ ਇੰਟੈਲੀਜੈਂਸ। ਸੋ ਇੱਦਾਂ ਦੇ ਅਗਰ ਤੁਸੀਂ ਕੋਰਸ ਕਰੋਗੇ ਤੇ ਤੁਸੀਂ ਲੱਖ $1.5 ਲੱਖ ਵੀ ਸੈਲਰੀ ਕਮਾ ਸਕਦੇ ਹੋ। ਸੋ ਇੱਕ ਭੀੜ ਤੋਂ ਵੱਖ ਦਿਖਣ ਲਈ ਭੀੜ ਤੋਂ ਵੱਖਰਾ ਕੋਰਸ ਕਰਨਾ ਪਊਗਾ। ਦਿਸ ਇਜ਼ ਵਾਟ ਆਈ ਹੈਵ ਟੂ ਸੇ, ਕਿਉਂਕਿ ਯੂਜੂਲੀ ਆਪਾਂ ਕਹਿੰਦੇ ਤਾਂ ਹਾਂ, ਪੰਜਾਬੀਆਂ ਦੀ ਆਦਤ ਹੈ ਯਾਰ ਆਪਾਂ ਭੀੜ ਤੋਂ ਵੱਖ ਦਿਖਣਾ ਚਾਹੁੰਦੇ ਹਾਂ, ਬਟ ਭੀੜ ਤੋਂ ਵੱਖ ਦਿਖਾਂਗੇ ਕਿੱਦਾਂ? ਬਿਜ਼ਨਸ ਜਨਰਲ ਪ੍ਰੋਗਰਾਮ ਨਾਲ ਭੀੜ ਤੋਂ ਵੱਖ ਨਹੀਂ ਦਿਖ ਪਾਵਾਂਗੇ। ਥੋੜਾ ਜਿਹਾ ਮਿਹਨਤ ਕਰਾਂਗੇ, ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਹੋਊਗਾ। ਔਖਾ ਕੋਰਸ ਚੂਜ਼ ਇਸ ਲਈ ਨਹੀਂ ਚੁਣਦੇ ਕਿ ਮਿਹਨਤ ਕਰਨੀ ਪਊਗੀ। ਪਾਰਟ ਟਾਈਮ ਕੰਮ ਕਰਕੇ ਜ਼ਿਆਦਾ ਡਾਲਰ ਕਮਾ ਲਾਂਗੇ, ਬਟ ਕਿੰਨੇ ਡਾਲਰ ਵੱਧ ਕਮਾ ਲੂੰਗੇ? ਮਹੀਨੇ ਦਾ $200 ਕਮਾ ਲੂੰਗੇ। ਪਰ ਜੇ ਇਹੀ 2 ਸਾਲ ਤੁਸੀਂ ਜਾਂ 4 ਸਾਲ ਚੰਗੀ ਐਜੂਕੇਸ਼ਨ ਵਿੱਚ, ਚੰਗੀ ਤਾਲੀਮ ਵਿੱਚ ਇਨਵੈਸਟ ਕਰਤਾ ਔਰ ਉਹੋ ਜੀ ਪੜ੍ਹਾਈ ਵਿੱਚ ਇਨਵੈਸਟ ਕਰਤਾ ਜਿਹੜੀ ਤੁਹਾਨੂੰ ਇੱਕ ਚੰਗੀ ਜੌਬ ਲੈ ਕੇ ਦੇ ਦੇਵੇ ਜਾਂ ਚੰਗਾ ਬਿਜ਼ਨਸ ਖੋਲ੍ਹਣ 'ਚ ਮਦਦ ਕਰ ਦੇਵੇ, ਤਾਂ ਤੁਸੀਂ ਭੀੜ ਤੋਂ ਵੱਖ ਦਿਖੋਗੇ। ਵਾਓ, ਜਿੱਦਾਂ ਕਾਫੀ ਕਹਿ ਦਿੰਦੇ ਨੇ ਕਿ ਤੁਸੀਂ ਵੀਜ਼ਾ ਲਵਾਓ, ਉਸ ਤੋਂ ਬਾਅਦ ਫੀਸ ਦੇ ਦਿਓ। ਇਹਦਾ ਕੀ ਚੱਲ ਰਿਹਾ ਵਾ? ਆਪਾਂ ਲਾਸਟ ਨਿਊਜ਼ ਸੁਣੀ ਸੀ, ਕਾਫੀ ਬੱਚੇ ਰਿਪੋਰਟ ਹੋਏ ਨੇ ਕੈਨੇਡਾ ਤੋਂ, ਉਹਦੇ ਪਿੱਛੇ ਕੀ ਰੀਜ਼ਨ ਸੀ?